ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ ਖਤਮ ਕੀਤਾ ਹੋਟਲ ਕੁਆਰੰਟੀਨ, ਬਾਰਡਰ ਖੋਲ੍ਹਣ ਦੇ ਬਾਰੇ ਜਲਦ ਐਲਾਨ। ਜੈਜ਼ੀਬੀ ਦੇ ਹੱਕ ਦੇ ਵਿੱਚ ਆਏ ਕੈਨੇਡਾ ਦੇ ਐਮਪੀ, ਕਿਹਾ ਜਲਦ ਚਾਲੂ ਕੀਤਾ ਜਾਵੇ ਅਕਾਊਂਟ। ਕੈਨੇਡਾ ਨੇ ਕੱਢਿਆ ਰਿਕਾਰਡ ਤੋੜ ਡਰਾਅ, ਇੱਕੋ ਵਾਰ ਦੇ ਵਿੱਚ ਜਾਗੀ ਉਮੀਦਵਾਰਾਂ ਦੀ ਕਿਸਮਤ। ਕਰੋਨਾ ਤੋਂ ਦੁਖੀ ਹੋਟਲਾਂ ਵਾਲੇ, ਇਸ ਕਾਰਨ ਕਾਰੋਬਾਰ ਹੋਏ ਬੰਦ। ਮਾਡਰਨਾ ਭੇਜੇਗਾ ਕੈਨੇਡਾ ਨੂੰ ਟੀਕੇ, ਇਸ ਮਹੀਨੇ ਮਿਲਣਗੇ 6 ਮਿਲੀਅਨ ਟੀਕੇ। ਬਰੈਂਪਟਨ ਦੇ ਵਿੱਚ 2 ਪੰਜਾਬੀ ਹੋਏ ਕਾਬੂ, ਗੱਡੀ ਲੁੱਟਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ। ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਕੈਨੇਡਾ ਵੱਲੋਂ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਖਤਮ ਕੀਤਾ ਜਾਵੇ। ਇਸ ਮੰਗ ਨੂੰ ਮਨਜ਼ੂਰ ਕੀਤਾ ਗਿਆ। ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਹੁਣ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਨਹੀਂ ਕਰਨਾ ਪਵੇਗਾ। ਇਹ ਉਹਨਾਂ ਯਾਤਰੀਆਂ ਦੇ ਉੱਪਰ ਲਾਗੂ ਹੋਵੇਗਾ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਗਏ ਹਨ। ਇਹ WHO ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਵੈਕਸੀਨ ਦੇ 2 ਡੋਜ਼ ਹੋਣੇ ਚਾਹੀਦੇ ਨੇ। ਟੂਰਿਸਟ ਵੀਜ਼ਾ ਜਾਣੀ ਕਿ ਜਿਹੜੇ ਟੂਰਿਸਟ ਨੇ ਉਹਨਾਂ ਦੇ ਉੱਪਰ ਇਹ ਨਿਯਮ ਲਾਗੂ ਨਹੀਂ ਹੁੰਦਾ। ਨਾਲ ਹੀ ਦੱਸ ਦਈਏ ਕਿ ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਜਿਹੜੇ ਸਿਟੀਜ਼ਨ ਨੇ, PR ਹਨ, ਸਟੂਡੈਂਟ ਹਨ, ਅਸੈਂਸ਼ੀਅਲ ਵਰਕਰਸ ਹਨ ਅਤੇ ਐਮਰਜੈਂਸੀ ਵੀਜ਼ਾ ਵਾਲਿਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਬਾਰਡਰ ਦੇ ਨਾਲ ਸੰਬੰਧੀ ਐਲਾਨ ਵੀ ਕੀਤਾ ਜਾ ਸਕਦਾ ਹੈ, ਜਾਣੀ ਕਿ ਕੈਨੇਡਾ ਅਮਰੀਕਾ ਬਾਰਡਰ ਦੇ ਨਾਲ ਸੰਬੰਧਿਤ ਐਲਾਨ ਹੋ ਸਕਦਾ ਹੈ। ਯਾਤਰੀਆਂ ਦੀ ਮੰਗ ਹੋਈ ਮਨਜ਼ੂਰ। ਕੈਨੇਡਾ ਨੇ ਖਤਮ ਕੀਤਾ ਹੋਟਲ ਕੁਆਰੰਟੀਨ, ਬਾਰਡਰ ਖੋਲ੍ਹਣ ਦੇ ਬਾਰੇ ਜਲਦ ਹੀ ਆਵੇਗਾ ਐਲਾਨ। ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾ ਲਏ ਹਨ, ਉਹਨਾਂ ਨੂੰ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਹੋਟਲ ਕੁਆਰੰਟੀਨ ਖਤਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾ ਲਏ ਹਨ, ਉਹਨਾਂ ਯਾਤਰੀਆਂ ਨੂੰ ਕੈਨੇਡਾ ਆਉਣ ਦੇ ਉੱਪਰ ਹੁਣ ਹੋਟਲ ਦੇ ਵਿੱਚ ਕੁਆਰੰਟੀਨ ਨਹੀਂ ਕਰਨਾ ਹੋਵੇਗਾ ਤੇ ਨਾ ਹੀ ਉਹਨਾਂ ਦੇ ਵਾਸਤੇ 14 ਦਿਨਾਂ ਦਾ ਕੁਆਰੰਟੀਨ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਯਾਤਰੀਆਂ ਦਾ ਕੈਨੇਡਾ ਪਹੁੰਚਣ ਦੇ ਉੱਪਰ ਕੋਵਿਡ-19 ਦਾ ਟੈਸਟ ਕੀਤਾ ਜਾਏਗਾ। ਜੇਕਰ ਉਹਨਾਂ ਦੀ ਰਿਪੋਰਟ ਨੈਗੇਟਿਵ ਆਵੇਗੀ ਤਾਂ ਉਹਨਾਂ ਨੂੰ ਆਈਸੋਲੇਸ਼ਨ ਨਹੀਂ ਕਰਨਾ ਹੋਵੇਗਾ। ਇਸ ਨਿਯਮ ਦੀ ਸ਼ੁਰੂਆਤ ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਕੀਤੀ ਜਾਵੇਗੀ। ਨਾਲ ਹੀ ਇਹ ਨਿਯਮ ਟੂਰਿਸਟਾਂ ਦੇ ਉੱਪਰ ਲਾਗੂ ਨਹੀਂ ਹੁੰਦਾ। ਕੈਨੇਡਾ ਦੇ ਵਿੱਚ ਅਜੇ ਪਹਿਲਾਂ ਵਾਲੀ ਹੀ ਛੂਟ ਜਾਰੀ ਹੈ। ਇਸ ਦੇ ਨਾਲ ਸੰਬੰਧਿਤ ਅਜੇ ਕੋਈ ਤਾਜ਼ਾ ਐਲਾਨ ਨਹੀਂ ਹੋਇਆ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਸਿਟੀਜ਼ਨ, PR, ਸਟੂਡੈਂਟ, ਅਸੈਂਸ਼ੀਅਲ ਵਰਕਰ ਜਾਂ ਫਿਰ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਫਿਰ ਮਾਂ-ਬਾਪ ਨੇ ਉਹ ਆ ਸਕਦੇ ਨੇ। ਨਾਲ ਹੀ ਐਮਰਜੈਂਸੀ ਵੀਜ਼ਾ ਵਾਲਿਆਂ ਨੂੰ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਕੈਨੇਡਾ-US ਬਾਰਡਰ ਸੰਬੰਧੀ ਵੀ ਐਲਾਨ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਇਸ ਬਾਰਡਰ ਨੂੰ ਖੋਲ੍ਹਣ ਦੇ ਉੱਪਰ ਫੈਸਲਾ ਸੁਣਾਇਆ ਜਾਵੇਗਾ। ਇਹ ਬਾਰਡਰ ਕਦੋਂ ਖੋਲ੍ਹਿਆ ਜਾ ਰਿਹਾ ਹੈ, ਇਸ ਤਾਰੀਖ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਕਈ ਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਦੋਂ ਹੀ ਕੈਨੇਡਾ ਦੇ ਵਿੱਚ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਜਾਵੇਗੀ, ਉਦੋਂ ਤੋਂ ਕਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਇਹ ਪਾਬੰਦੀਆਂ ਕਰੋਨਾ ਕਾਰਨ ਲੱਗੀਆਂ ਯਾਤਰਾ ਦੇ ਉੱਪਰ ਰਿਸਟ੍ਰਿਕਸ਼ਨਸ ਹਨ। ਦੱਸਣਯੋਗ ਹੈ, ਏਅਰ ਕੈਨੇਡਾ ਵੱਲੋਂ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਪਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਭਾਰਤ ਦੇ ਨਾਲ ਜੂਨ 22 ਤੋਂ ਬਾਅਦ ਉਡਾਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਸੰਬੰਧਿਤ ਅਜੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਤਾਂ ਨਹੀਂ ਹੋਈ, ਪਰ ਏਅਰ ਕੈਨੇਡਾ ਤੋਂ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਕਿ ਭਾਰਤ ਦੇ ਨਾਲ ਉਡਾਨਾਂ ਕਦੋਂ ਸ਼ੁਰੂ ਕੀਤੀਆਂ ਜਾਣਗੀਆਂ, ਇਸ ਦੇ ਉੱਪਰ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜੂਨ 22 ਤੋਂ ਬਾਅਦ ਇੱਕ ਵਾਰ ਫਿਰ ਤੋਂ ਭਾਰਤ ਦੇ ਨਾਲ ਉਡਾਨਾਂ ਚਲਾਈਆਂ ਜਾਣਗੀਆਂ। ਕਰੋਨਾ ਵਾਇਰਸ ਦੇ ਕਾਰਨ ਅਤੇ ਜੋ ਵੇਰੀਐਂਟ ਭਾਰਤ ਦੇ ਵਿੱਚ ਪਾਇਆ ਗਿਆ, ਉਸ ਤੋਂ ਬਾਅਦ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਸੀ। ਹੋ ਸਕਦਾ ਹੈ ਕਿ ਇਸ ਦੇ ਬਾਰੇ ਵਿੱਚ ਵੀ ਆਫੀਸ਼ੀਅਲ ਅਨਾਉਂਸਮੈਂਟ ਜਲਦ ਹੀ ਕੀਤੀ ਜਾਵੇ। ਇਸ ਦੇ ਨਾਲ ਹੀ ਕੈਨੇਡਾ-US ਬਾਰਡਰ ਕਦੋਂ ਤੋਂ ਖੋਲ੍ਹਿਆ ਜਾਵੇਗਾ, ਇਸ ਦੇ ਬਾਰੇ ਵੀ ਆਫੀਸ਼ੀਅਲ ਅਨਾਉਂਸਮੈਂਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜੋ ਕਿ ਮਾਰਚ 2020 ਤੋਂ ਹੀ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਬੰਦ ਕੀਤਾ ਹੋਇਆ ਹੈ। ਭਾਰਤ ਵੱਲੋਂ ਜੈਜ਼ੀਬੀ ਦੇ ਟਵਿੱਟਰ ਅਕਾਊਂਟ ਦੇ ਉੱਪਰ ਕਾਰਵਾਈ ਕੀਤੀ ਗਈ। ਭਾਰਤ ਦੇ ਵਿੱਚ ਉਹਨਾਂ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ। ਹੁਣ ਜੈਜ਼ੀਬੀ ਦੇ ਹੱਕ ਦੇ ਵਿੱਚ ਕੈਨੇਡਾ ਦੇ MP ਆਏ ਹਨ। ਰਣਦੀਪ ਸਿੰਘ ਸਰਾਏ ਅਤੇ ਟਿਮ ਸਿੰਘ ਉੱਪਲ ਵੱਲੋਂ ਜੈਜ਼ੀਬੀ ਦੇ ਹੱਕ ਦੇ ਵਿੱਚ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਦੇ ਵਿੱਚ ਜਲਦ ਹੀ ਉਹਨਾਂ ਦਾ ਜਿਹੜਾ ਟਵਿੱਟਰ ਹੈ ਉਸ ਨੂੰ ਅਨਬਲੌਕ ਕੀਤਾ ਜਾਵੇ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੈਜ਼ੀਬੀ ਵੱਲੋਂ ਉਹਨਾਂ ਮੁੱਦਿਆਂ ਦੇ ਉੱਪਰ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਜਿਹੜੇ ਉਹਨਾਂ ਦੇ ਦਿਲ ਦੇ ਕਾਫੀ ਕਰੀਬ ਨੇ। ਟਵਿੱਟਰ ਇੰਡੀਆ ਵੱਲੋਂ ਪੰਜਾਬੀ ਗਾਇਕ ਜੈਜ਼ੀਬੀ ਦੇ ਟਵਿੱਟਰ ਅਕਾਊਂਟ ਦੇ ਉੱਪਰ ਕਾਰਵਾਈ ਕੀਤੀ ਗਈ। ਭਾਰਤ ਦੇ ਵਿੱਚ ਉਹਨਾਂ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ।
ਹੁਣ ਜੈਜ਼ੀਬੀ ਦੇ ਹੱਕ ਦੇ ਵਿੱਚ ਕੈਨੇਡਾ ਦੇ ਐਮਪੀ ਆਏ ਹਨ। ਐਮਪੀ ਰਣਦੀਪ ਸਿੰਘ ਸਰਾਏ ਅਤੇ ਐਮਪੀ ਟਿਮ ਸਿੰਘ ਉੱਪਲ ਵੱਲੋਂ ਜੈਜ਼ੀਬੀ ਦੇ ਹੱਕ ਦੇ ਵਿੱਚ ਟਵਿੱਟਰ ਦੇ ਉੱਪਰ ਟਵੀਟ ਕੀਤੇ ਗਏ, ਜਿੱਥੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਅਕਾਊਂਟ ਨੂੰ ਅਨਬਲੌਕ ਕੀਤਾ ਜਾਵੇ। ਰਣਦੀਪ ਸਿੰਘ ਸਰਾਏ ਨੇ ਟਵੀਟ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦੀ ਜ਼ਰੂਰਤ ਹੈ। ਜੈਜ਼ੀਬੀ ਨਾ ਸਿਰਫ ਇੱਕ ਟੈਲੈਂਟਡ ਕੈਨੇਡੀਅਨ ਆਰਟਿਸਟ ਹਨ, ਬਲਕਿ ਉਹਨਾਂ ਵੱਲੋਂ ਕਈ ਮੁੱਦੇ ਚੁੱਕੇ ਜਾਂਦੇ ਨੇ ਜੋ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਨੇ। ਉਹਨਾਂ ਦਾ ਕਹਿਣਾ ਹੈ ਕਿ ਟਵਿੱਟਰ ਨੂੰ ਜਲਦ ਹੀ ਉਹਨਾਂ ਦਾ ਅਕਾਊਂਟ ਅਨਬਲੌਕ ਕਰਨਾ ਚਾਹੀਦਾ ਹੈ। ਟਿਮ ਸਿੰਘ ਉੱਪਲ ਵੱਲੋਂ ਵੀ ਜੈਜ਼ੀਬੀ ਦੇ ਹੱਕ ਦੇ ਵਿੱਚ ਟਵੀਟ ਕੀਤਾ ਗਿਆ। ਉਹਨਾਂ ਲਿਖਿਆ ਕਿ ਕੈਨੇਡਾ ਅਤੇ ਵਿਸ਼ਵ ਦੇ ਵਿੱਚ ਜਿਹੜੇ ਮੁੱਦੇ ਨੇ ਉਹਨਾਂ ਵਾਸਤੇ ਜੈਜ਼ੀਬੀ ਇੱਕ ਮਜ਼ਬੂਤ ਆਵਾਜ਼ ਹੈ, ਕਿਉਂਕਿ ਜੈਜ਼ੀਬੀ ਵੱਲੋਂ ਵੱਖ-ਵੱਖ ਮੁੱਦਿਆਂ ਦੇ ਉੱਪਰ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਜੈਜ਼ੀਬੀ ਦਾ ਅਕਾਊਂਟ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ। ਜੈਜ਼ੀਬੀ ਵੱਲੋਂ ਖੁਦ ਇਸ ਦੀ ਜਾਣਕਾਰੀ ਇੰਸਟਾਗ੍ਰਾਮ ਦੇ ਉੱਪਰ ਸਾਂਝੀ ਕੀਤੀ ਗਈ ਸੀ, ਜਿੱਥੇ ਉਹਨਾਂ ਨੇ ਦੱਸਿਆ ਕਿ 84 ਦੇ ਬਾਰੇ ਵਿੱਚ ਬੋਲਣ ਦੇ ਕਰਕੇ ਉਹਨਾਂ ਦਾ ਅਕਾਊਂਟ ਬਲੌਕ ਕੀਤਾ ਗਿਆ ਹੈ। ਟਵਿੱਟਰ ਵੱਲੋਂ ਗਾਇਕ ਨੂੰ ਕੋਈ ਵੀ ਵਾਰਨਿੰਗ ਨਹੀਂ ਦਿੱਤੀ ਗਈ, ਬਲਕਿ ਇੱਕਦਮ ਹੀ ਉਹਨਾਂ ਦਾ ਅਕਾਊਂਟ ਬਲੌਕ ਕਰ ਦਿੱਤਾ ਗਿਆ। ਕੈਨੇਡਾ ਵੱਲੋਂ ਪੀਐਨਬੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਪਿਛਲੇ ਡਰਾਅ ਦੇ ਮੁਕਾਬਲੇ ਇਸ ਵਾਰ 2 ਗੁਣਾ ਉਮੀਦਵਾਰਾਂ ਦੀ ਕਿਸਮਤ ਜਾਗ ਗਈ ਹੈ। ਇਸ ਡਰਾਅ ਦੇ ਵਿੱਚ 940 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਹੁਣ ਤੱਕ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ 75,000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਹਨ। ਕੈਨੇਡਾ ਵੱਲੋਂ ਨਵੇਂ ਪੀਐਨਬੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ ਇੱਕੋ ਵਾਰ ਦੇ ਵਿੱਚ 940 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਜਿੱਥੇ ਉਹਨਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਇਸ ਡਰਾਅ ਦੇ ਤਹਿਤ 711 ਸੀਆਰਐਸ ਸਕੋਰ ਰਿਕੁਆਇਰਮੈਂਟ ਸੀ। ਜਿਨ੍ਹਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਉਹਨਾਂ ਦੇ ਕੋਲ ਪਹਿਲਾਂ ਹੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਨੋਮੀਨੇਸ਼ਨ ਸਨ। ਇਸ ਪੀਐਨਬੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ ਉਹਨਾਂ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਜਿਨ੍ਹਾਂ ਨੇ ਫਰਵਰੀ 16, 2021 ਤੋਂ ਪਹਿਲਾਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਸੀ। ਇਸ ਤੋਂ ਪਹਿਲਾਂ ਜੋ ਡਰਾਅ ਦਾ ਐਲਾਨ ਕੀਤਾ ਗਿਆ ਸੀ, ਉਸ ਦੇ ਵਿੱਚ ਸਿਰਫ 500 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਸਨ, ਜਿਸ ਦੇ ਵਾਸਤੇ ਉਹਨਾਂ ਦੇ ਲਈ 713 ਪੁਆਇੰਟਸ ਦੀ ਜ਼ਰੂਰਤ ਸੀ। ਪਹਿਲਾਂ ਦੇ ਡਰਾਅ ਦੇ ਮੁਕਾਬਲੇ ਇਸ ਵਾਰ ਦੇ ਡਰਾਅ ਦੇ ਵਿੱਚ ਪਿਛਲੀ ਵਾਰ ਦੇ ਨਾਲੋਂ ਦੁੱਗਣੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਹੁਣ ਤੱਕ ਕੈਨੇਡਾ ਵੱਲੋਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਫਰਵਰੀ 13 ਨੂੰ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ 27,332 ਉਮੀਦਵਾਰਾਂ ਦੀ ਕਿਸਮਤ ਜਾਗੀ ਸੀ। ਹੁਣ ਤੱਕ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ ਕੈਨੇਡਾ ਵੱਲੋਂ 75,713 ਇਨਵੀਟੇਸ਼ਨ ਦਿੱਤੇ ਗਏ ਨੇ। ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆਪਣਾ ਇਮੀਗ੍ਰੇਸ਼ਨ ਲੈਵਲਸ ਪਲਾਨ ਲਿਆਂਦਾ ਗਿਆ, ਇਸ ਨੂੰ ਪੂਰਾ ਕਰਨ ਦੇ ਲਈ ਸਰਕਾਰ ਅਤੇ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਸਮੇਂ-ਸਮੇਂ ਦੇ ਉੱਪਰ ਕਈ ਡਰਾਅ ਕੱਢੇ ਜਾ ਰਹੇ ਨੇ। ਰਿਕਾਰਡ ਤੋੜ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਰਹੇ ਨੇ ਤਾਂ ਕਿ ਇਸ ਵਾਰ ਦਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟੀਚਾ ਪੂਰਾ ਕੀਤਾ ਜਾ ਸਕੇ। ਕੋਰੋਨਾ ਵਾਇਰਸ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਹੋਇਆ। ਇਸ ਦੇ ਨਾਲ ਕਈ ਕਾਰੋਬਾਰ ਪ੍ਰਭਾਵਿਤ ਹੋਏ ਜੋ ਕਾਫੀ ਲੰਬੇ ਸਮੇਂ ਤੋਂ ਬੰਦ ਪਏ ਨੇ। ਖਾਸ ਤੌਰ ਦੇ ਉੱਪਰ ਹਸਪਿਟੈਲਿਟੀ ਅਤੇ ਟੂਰਿਜ਼ਮ ਸੈਕਟਰ ਇਸ ਦੇ ਨਾਲ ਪ੍ਰਭਾਵਿਤ ਹੋਇਆ ਤੇ ਹੁਣ ਇਹਨਾਂ ਕਾਰੋਬਾਰੀਆਂ ਵੱਲੋਂ ਆਪਣਾ ਦਰਦ ਬਿਆਨ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਵਾਇਰਸ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਕੋਰੋਨਾ ਵਾਇਰਸ ਨੇ ਕਈ ਚੀਜ਼ਾਂ ਦੇ ਉੱਪਰ ਵੀ ਪ੍ਰਭਾਵ ਪਾਇਆ। ਖਾਸ ਕਰ ਇਸ ਦੇ ਨਾਲ ਟੂਰਿਜ਼ਮ ਅਤੇ ਹਸਪਿਟੈਲਿਟੀ ਸੈਕਟਰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ। ਜਿਵੇਂ ਹੀ ਬ੍ਰਿਟਿਸ਼ ਕੋਲੰਬੀਆ ਵੱਲੋਂ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਤੇ ਇਸ ਦੇ ਨਾਲ ਕਈਆਂ ਨੂੰ ਸੁੱਖ ਦਾ ਸਾਹ ਆਇਆ। ਖਾਸ ਤੌਰ ਦੇ ਉੱਪਰ ਜਿਹੜੇ ਟੂਰਿਜ਼ਮ ਅਤੇ ਹਸਪਿਟੈਲਿਟੀ ਸੈਕਟਰ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਮਨਾਂ ਦੇ ਅੰਦਰ ਇੱਕ ਵਾਰ ਫਿਰ ਤੋਂ ਉਮੀਦ ਜਾਗੀ ਹੈ। ਪਰ ਬਹੁਤ ਸਾਰੇ ਅਜਿਹੇ ਹੋਟਲ ਅਤੇ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੇ ਕਾਰਨ ਬੰਦ ਪਈਆਂ ਨੇ। ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਕਾਰੋਬਾਰੀ ਆਪਣਾ ਦਰਦ ਬਿਆਨ ਕਰ ਰਹੇ ਨੇ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਰੀਓਪਨਿੰਗ ਪਲਾਨ ਦੇ ਦੌਰਾਨ ਦੱਸਿਆ ਗਿਆ ਕਿ ਕਦੋਂ ਪ੍ਰੋਵਿੰਸ ਦੇ ਵਿੱਚ ਟਰੈਵਲ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਫੈਡਰਲ ਸਰਕਾਰ ਨੇ ਅਜੇ ਇਸ ਸੰਬੰਧੀ ਸਪਸ਼ਟ ਨਹੀਂ ਕੀਤਾ ਕਿ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਯਾਤਰਾ ਕਦੋਂ ਤੋਂ ਸ਼ੁਰੂ ਹੋਵੇਗੀ, ਜੋ ਕਿ ਮਾਰਚ 2020 ਤੋਂ ਬੰਦ ਹੈ। ਬ੍ਰਿਟਿਸ਼ ਕੋਲੰਬੀਆ ਦਾ ਰੀਓਪਨਿੰਗ ਪਲਾਨ ਵੀ ਕੋਵਿਡ-19 ਵੈਕਸੀਨੇਸ਼ਨ ਰੇਟ ਦੇ ਉੱਪਰ ਨਿਰਭਰ ਕਰਦਾ ਹੈ। ਪ੍ਰੋਵਿੰਸ ਦੇ ਵਿੱਚ 15 ਜੂਨ ਤੋਂ ਟਰੈਵਲ ਸ਼ੁਰੂ ਹੋ ਸਕਦਾ ਹੈ ਜੇਕਰ 65% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੋਵੇ। ਕੈਨੇਡਾ ਦੇ ਵਿੱਚ ਟਰੈਵਲ ਦੀ ਇਜਾਜ਼ਤ ਜੁਲਾਈ 1 ਤੋਂ ਮਿਲ ਸਕਦੀ ਹੈ, ਪਰ ਇਸ ਦੇ ਵਾਸਤੇ ਜ਼ਰੂਰੀ ਹੈ ਕਿ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਲੱਗਿਆ ਹੋਵੇ।
ਮੋਡਰਨਾ ਵੈਕਸੀਨ ਵੱਲੋਂ ਇਸ ਹਫਤੇ ਕੈਨੇਡਾ ਨੂੰ ਕੋਈ ਵੀ ਟੀਕੇ ਨਹੀਂ ਭੇਜੇ ਜਾਣਗੇ, ਪਰ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਮਹੀਨੇ ਦੇ ਵਿੱਚ ਮੋਡਰਨਾ ਵੱਲੋਂ 6 ਮਿਲੀਅਨ ਡੋਜ਼ ਭੇਜੇ ਜਾਣਗੇ। ਜੀ ਹਾਂ, ਇਸ ਦੇ ਬਾਰੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਤੇ ਨਾਲ ਹੀ ਦੱਸਿਆ ਹੈ ਕਿ ਹੁਣ ਕੈਨੇਡਾ ਨੂੰ ਕੁੱਲ ਕਿੰਨੇ ਟੀਕੇ ਮਿਲਣ ਵਾਲੇ ਨੇ। ਮੋਡਰਨਾ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਮੋਡਰਨਾ ਵੱਲੋਂ ਕੈਨੇਡਾ ਨੂੰ 6 ਮਿਲੀਅਨ ਵੈਕਸੀਨ ਡੋਜ਼ ਭੇਜੇ ਜਾਣਗੇ। ਪਬਲਿਕ ਸਰਵਿਸਿਜ਼ ਅਤੇ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਮਹੀਨੇ ਮੋਡਰਨਾ ਵੈਕਸੀਨ ਕੈਨੇਡਾ ਨੂੰ 7 ਮਿਲੀਅਨ ਡੋਜ਼ ਭੇਜੇਗੀ। ਕੈਨੇਡਾ ਦੇ ਵਿੱਚ ਫਾਈਜ਼ਰ ਵੱਲੋਂ ਲਗਾਤਾਰ ਆਪਣੀ ਡਿਲੀਵਰੀ ਭੇਜੀ ਜਾ ਰਹੀ ਹੈ, ਪਰ ਮੋਡਰਨਾ ਵੈਕਸੀਨ ਵੱਲੋਂ ਡਿਲੀਵਰੀ ਲਗਾਤਾਰ ਨਹੀਂ ਭੇਜੀ ਗਈ। ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਹਫਤੇ ਕੈਨੇਡਾ ਨੂੰ ਮੋਡਰਨਾ ਵੱਲੋਂ ਕੋਈ ਵੀ ਡੋਜ਼ ਨਹੀਂ ਭੇਜੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਜੁਲਾਈ ਦੇ ਆਖਿਰ ਤੱਕ ਕੈਨੇਡਾ ਨੂੰ 55 ਮਿਲੀਅਨ ਡੋਜ਼ਸ ਮਿਲਣ। ਮੋਡਰਨਾ ਵੈਕਸੀਨ ਦੀ ਸਪਲਾਈ ਦੇ ਬਾਰੇ ਅਨੀਤਾ ਆਨੰਦ ਨੇ ਦੱਸਿਆ ਹੈ ਕਿ ਹੁਣ ਇਹ ਸਪਲਾਈ ਸਟੇਬਲ ਹੋਵੇਗੀ। 7 ਮਿਲੀਅਨ ਕੋਵਿਡ-19 ਵੈਕਸੀਨ ਦਾ ਪਹਿਲਾ ਬੈਚ ਕੈਨੇਡਾ ਨੂੰ ਜੂਨ 14 ਦੇ ਹਫ਼ਤੇ ਦੌਰਾਨ ਮਿਲੇਗਾ। ਇਹ ਵੀ ਪੁਸ਼ਟੀ ਅਨੀਤਾ ਆਨੰਦ ਵੱਲੋਂ ਕੀਤੀ ਗਈ ਹੈ। ਮੋਡਰਨਾ ਵੱਲੋਂ ਹੁਣ ਤੱਕ ਕੈਨੇਡਾ ਨੂੰ 6.1 ਮਿਲੀਅਨ ਡੋਜ਼ ਭੇਜੀਆਂ ਜਾ ਚੁੱਕੀਆਂ ਨੇ। ਹੁਣ ਇਸ ਮਹੀਨੇ ਦੇ ਆਖਿਰ ਤੱਕ ਕੈਨੇਡਾ ਨੂੰ ਮੋਡਰਨਾ ਤੋਂ 13.1 ਮਿਲੀਅਨ ਸ਼ਾਟਸ ਮਿਲਣ ਦੀ ਉਮੀਦ ਹੈ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਮੋਡਰਨਾ ਵੱਲੋਂ ਕੈਨੇਡਾ ਨੂੰ US ਬੇਸਡ ਪਲਾਂਟ ਤੋਂ ਵੈਕਸੀਨ ਭੇਜੀ ਜਾਵੇਗੀ। ਕੈਨੇਡਾ ਦੇ ਵੱਲੋਂ ਟਾਰਗੇਟ ਮਿੱਥਿਆ ਗਿਆ ਹੈ ਕਿ ਜਲਦ ਤੋਂ ਜਲਦ ਜ਼ਿਆਦਾ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਕਹਿਣਾ ਹੈ ਕਿ ਜਦੋਂ ਕੈਨੇਡਾ ਦੇ ਵਿੱਚ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲੱਗ ਜਾਵੇਗਾ ਤਾਂ ਕੋਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਯਾਤਰਾ ਸੰਬੰਧੀ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਬ੍ਰੈਂਪਟਨ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ 2 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵੱਲੋਂ ਗੱਡੀ ਵਿੱਚ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦਰਅਸਲ ਪੀਲ ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਗੱਡੀ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਮੌਜੂਦ ਸੀ। ਗੈਸ ਸਟੇਸ਼ਨ ਤੋਂ ਗੈਸ ਪਾਉਣ ਤੋਂ ਬਾਅਦ ਜਿਹੜਾ ਵਿਅਕਤੀ ਹੈ ਇਸ ਦਾ ਭੁਗਤਾਨ ਕਰਨ ਵਾਸਤੇ ਜਾਣੀ ਕਿ ਪੇਮੈਂਟ ਕਰਨ ਦੇ ਵਾਸਤੇ ਜਾਂਦਾ ਹੈ ਤੇ ਇਹਨਾਂ ਦੋਨਾਂ ਪੰਜਾਬੀਆਂ ਵੱਲੋਂ ਔਰਤ ਨੂੰ ਧਮਕਾ ਕੇ ਗੱਡੀ 'ਚੋਂ ਬਾਹਰ ਕੱਢਿਆ ਗਿਆ। ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਹਾਂ ਵੱਲੋਂ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੀਲ ਪੁਲਿਸ ਵੱਲੋਂ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੀ ਹੈ, ਜਿੱਥੇ ਬ੍ਰੈਂਪਟਨ ਦੀ ਸਟੀਲਜ਼ 에ਅਰਪੋਰਟ ਰੋਡ ਦੇ ਉੱਪਰੋਂ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ 2 ਜਾਣਿਆਂ ਨੇ ਬਦਮਾਸ਼ੀ ਦੇ ਨਾਲ ਗੱਡੀ ਲੁੱਟੀ। ਇਹ ਦੋਨੋਂ ਜਾਣੇ ਬ੍ਰੈਂਪਟਨ ਦੇ ਨਾਲ ਸੰਬੰਧ ਰੱਖਦੇ ਹਨ। ਇਹਨਾਂ ਦੋਹਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਇੱਕ ਦੀ ਪਹਿਚਾਣ 22 ਸਾਲਾ ਜਸਕੀਨ ਸਿੰਘ ਅਤੇ ਦੂਸਰੇ ਦੀ ਪਹਿਚਾਣ 32 ਸਾਲਾ ਸੁਖਜਿੰਦਰ ਕੁਲਾਰ ਦੇ ਤੌਰ ਦੇ ਉੱਪਰ ਦੱਸੀ ਗਈ। ਇਸ ਘਟਨਾ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਕਿ ਇੱਕ ਵਿਅਕਤੀ ਅਤੇ ਇੱਕ ਔਰਤ ਗੈਸ ਸਟੇਸ਼ਨ ਤੋਂ ਤੇਲ ਪਵਾ ਰਹੇ ਸਨ। ਗੈਸ ਪਵਾਉਣ ਤੋਂ ਬਾਅਦ ਵਿਅਕਤੀ ਇਸ ਦੀ ਪੇਮੈਂਟ ਕਰਨ ਦੇ ਵਾਸਤੇ ਗਿਆ, ਜਿਸ ਦੌਰਾਨ ਦੋਹਾਂ ਵਿਅਕਤੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਔਰਤ ਗੱਡੀ ਦੇ ਵਿੱਚ ਮੌਜੂਦ ਸੀ ਤੇ ਦੋਨਾਂ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ। ਇਹਨਾਂ ਦੋਨਾਂ ਜਾਣਿਆਂ ਦੇ ਉੱਪਰ ਦੋਸ਼ ਲਗਾਏ ਗਏ ਕਿ ਕ੍ਰੈਡਿਟ ਕਾਰਡ ਦੇ ਨਾਲ ਫਰਾਡ ਕੀਤਾ ਗਿਆ ਹੈ। ਪੀਲ ਪੁਲਿਸ ਵੱਲੋਂ ਇਸ ਸੰਬੰਧੀ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਇਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਬਾਰੇ ਵੀ ਅਪਡੇਟ ਦਿੱਤੀ। ਮੈਨੀਟੋਬਾ ਦੇ ਵਿੱਚ ਕੋਵਿਡ-19 ਵੈਕਸੀਨ ਲਗਵਾਉਣ ਦੇ ਵਾਸਤੇ ਉਤਸ਼ਾਹਿਤ ਕਰਨ ਦੇ ਲਈ ਇੱਕ ਨਵੇਕਲੀ ਪਹਿਲ ਕੀਤੀ ਜਾ ਰਹੀ ਹੈ। ਪ੍ਰੀਮੀਅਰ ਨੇ ਐਲਾਨ ਕੀਤਾ ਕਿ ਜਿਹੜੇ ਮੈਨੀਟੋਬਾ ਵਾਸੀ ਕੋਵਿਡ-19 ਵੈਕਸੀਨ ਲਗਾਉਣਗੇ ਉਹਨਾਂ ਦੀ ਹੁਣ $2 ਮਿਲੀਅਨ ਤੱਕ ਦੀ ਲਾਟਰੀ ਨਿਕਲ ਸਕਦੀ ਹੈ। ਇਸ ਲਾਟਰੀ ਵਾਸਤੇ 12 ਸਾਲ ਤੋਂ ਲੈ ਕੇ ਇਸ ਤੋਂ ਵੱਧ ਉਮਰ ਵਾਲੇ ਐਲੀਜੀਬਲ ਹੋਣਗੇ। 2 ਡਰਾਅ ਦੇ ਤਹਿਤ ਇਹ ਲਾਟਰੀ ਕੱਢੀ ਜਾਵੇਗੀ। ਮੈਨੀਟੋਬਾ ਦੇ ਵਿੱਚ ਵੈਕਸੀਨੇਸ਼ਨ ਦੇ ਵਾਸਤੇ ਇੱਕ ਅਨੋਖਾ ਐਲਾਨ ਕੀਤਾ ਗਿਆ ਹੈ। ਕੋਵਿਡ-19 ਵੈਕਸੀਨ ਪ੍ਰਤੀ ਜਾਗਰੂਕ ਕਰਨ ਦੇ ਵਾਸਤੇ ਮੈਨੀਟੋਬਾ ਵੱਲੋਂ $2 ਮਿਲੀਅਨ ਦੀ ਲਾਟਰੀ ਦਾ ਐਲਾਨ ਕੀਤਾ ਗਿਆ। ਮੈਨੀਟੋਬਾ ਦੇ ਵਿੱਚ ਕੋਵਿਡ-19 ਵੈਕਸੀਨ ਦੇ ਵਾਸਤੇ ਹੁਣ ਲਾਟਰੀ ਲੈ ਕੇ ਆਂਦੀ ਜਾ ਰਹੀ ਹੈ, ਜਿਸ ਦੇ ਵਿੱਚ 2 ਮਿਲੀਅਨ ਕੈਸ਼ ਅਤੇ ਸਕਾਲਰਸ਼ਿਪਸ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਜਿਹੜੇ ਵੈਕਸੀਨ ਲਗਵਾਉਣਗੇ। ਇਸ ਦਾ ਐਲਾਨ ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਕੋਵਿਡ-19 ਵਾਇਰਸ ਦੇ ਖਿਲਾਫ ਸਭ ਤੋਂ ਵੱਧ ਕਾਰਗਰ ਹਥਿਆਰ ਵੈਕਸੀਨ ਹੈ। ਮੈਨੀਟੋਬਾ ਵਾਸੀਆਂ ਦੇ ਵਾਸਤੇ ਵੀ ਵੈਕਸੀਨ ਲਗਾਉਣੀ ਜ਼ਰੂਰੀ ਹੈ। ਜਿੰਨੀ ਜਲਦ ਉਹ ਵੈਕਸੀਨ ਲਗਵਾਉਣਗੇ ਉਨੀ ਜਲਦ ਹੀ ਉਹ ਆਪਣੀ ਨਾਰਮਲ ਜ਼ਿੰਦਗੀ ਦੇ ਵਿੱਚ ਵਾਪਸ ਪਰਤ ਸਕਣਗੇ। ਉਹਨਾਂ ਦਾ ਕਹਿਣਾ ਹੈ ਕਿ ਇਸ ਲਾਟਰੀ ਦੇ ਨਾਲ ਹੋਰ ਵੀ ਜ਼ਿਆਦਾ ਲੋਕ ਕੋਵਿਡ-19 ਵੈਕਸੀਨ ਲਗਵਾਉਣਗੇ। ਗਰਮੀਆਂ ਦੇ ਵਿੱਚ 2 ਲਾਟਰੀ ਡਰਾਅ ਕੱਢੇ ਜਾਣਗੇ।
ਇਹ तमाम ਮੈਨੀਟੋਬਾ ਵਾਸੀਆਂ ਦੇ ਵਾਸਤੇ ਹੋਵੇਗੀ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੋਵੇਗੀ। ਇਨ੍ਹਾਂ ਵੱਲੋਂ ਅਗਸਤ 2 ਤੋਂ ਪਹਿਲਾਂ ਵੈਕਸੀਨ ਲਗਾਇਆ ਹੋਣਾ ਜ਼ਰੂਰੀ ਹੈ। ਜਿਹੜੇ ਅਗਸਤ 2 ਤੋਂ ਪਹਿਲਾਂ ਵੈਕਸੀਨ ਲਗਵਾਉਣਗੇ ਉਹ ਪਹਿਲੇ ਡਰਾਅ ਦੇ ਵਾਸਤੇ ਐਲੀਜੀਬਲ ਹੋਣਗੇ। ਦੂਸਰਾ ਡਰਾਅ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਹੋਏਗਾ, ਜਿਸ ਦੇ ਵਾਸਤੇ ਸਤੰਬਰ 6 ਤੋਂ ਪਹਿਲਾਂ ਵੈਕਸੀਨ ਲਗਾਉਣੀ ਜ਼ਰੂਰੀ ਹੋਵੇਗੀ। ਵਿਨੀਪੈਗ ਰੀਜਨਲ ਹੈਲਥ ਅਥਾਰਟੀ ਦੇ ਵਾਸਤੇ 3 ਪ੍ਰਾਈਜ਼ ਹੋਣਗੇ ਜਿਹੜੇ ਕਿ $100K ਦੇ ਹੋਣਗੇ। ਬਾਕੀ ਰੀਜਨਲ ਅਥਾਰਟੀ ਦੇ ਵਾਸਤੇ ਵੀ $100K ਦਾ ਇਨਾਮ ਰੱਖਿਆ ਗਿਆ ਹੈ। 10 ਡਰਾਅ ਅਜਿਹੇ ਹੋਣਗੇ ਜਿਸ ਦੇ ਵਿੱਚ $25,000 ਦੀ ਸਕਾਲਰਸ਼ਿਪ ਹੋਵੇਗੀ ਜੋ ਕਿ 12 ਸਾਲ ਤੋਂ 17 ਸਾਲ ਵਾਲਿਆਂ ਦੇ ਲਈ ਹੋਵੇਗੀ। ਇਸ ਦੀ ਕੁੱਲ ਕੀਮਤ $250K ਰੱਖੀ ਗਈ ਹੈ। ਅਮਰੀਕਾ ਦੇ ਵਿੱਚ ਜੁਲਾਈ 4 ਤੱਕ 70% ਅਡਲਟਸ ਨੂੰ ਕੋਵਿਡ-19 ਵੈਕਸੀਨ ਲਗਾਈ ਜਾਏਗੀ। ਜੀ ਹਾਂ, ਅਮਰੀਕਾ ਦੇ ਵਿੱਚ ਹੁਣ ਕੋਵਿਡ-19 ਵੈਕਸੀਨ ਦੇ ਵਾਸਤੇ ਨਵਾਂ ਟਾਰਗੇਟ ਤੈਅ ਕੀਤਾ ਗਿਆ, ਜਿੱਥੇ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਕੋਵਿਡ-19 ਵੈਕਸੀਨ ਜ਼ਿਆਦਾ ਅਡਲਟਸ ਨੂੰ ਲਗਾਈ ਜਾਵੇ। ਅਮਰੀਕਾ ਵੱਲੋਂ ਵੈਕਸੀਨ ਦੇ ਨਾਲ ਸੰਬੰਧਿਤ ਨਵਾਂ ਟਾਰਗੇਟ ਤੈਅ ਕੀਤਾ ਗਿਆ, ਜਿੱਥੇ ਹੁਣ ਅਮਰੀਕਾ ਵੱਲੋਂ ਟੀਚਾ ਮਿਥਿਆ ਗਿਆ ਹੈ ਕਿ ਜੁਲਾਈ 4 ਤੱਕ 70% ਅਡਲਟਸ ਨੂੰ ਕੋਵਿਡ-19 ਵੈਕਸੀਨ ਲਗਾਈ ਜਾਵੇਗੀ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਅਹੁਦਾ ਸੰਭਾਲਦਿਆਂ ਹੀ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਟਾਰਗੇਟ ਮਿਥਿਆ ਗਿਆ, ਜਿਸ ਨੂੰ ਅੱਗੇ ਜਾ ਕੇ ਐਕਸਪੈਂਡ ਵੀ ਕੀਤਾ ਜਾਂਦਾ ਰਿਹਾ ਹੈ। ਹੁਣ ਜੋ ਉਹਨਾਂ ਵੱਲੋਂ ਨਵਾਂ ਟੀਚਾ ਤੈਅ ਕੀਤਾ ਗਿਆ ਉਸ ਦੇ ਅਨੁਸਾਰ ਜੁਲਾਈ 4 ਤੱਕ 70% ਅਮਰੀਕਨਸ ਨੂੰ ਕੋਵਿਡ-19 ਵੈਕਸੀਨ ਲਗਾਈ ਜਾਵੇਗੀ। ਜੋ ਬਾਈਡਨ ਦਾ ਕਹਿਣਾ ਹੈ ਕਿ ਜਿਹੜੇ 15.5 ਮਿਲੀਅਨ ਅਨਵੈਕਸੀਨੇਟਡ ਅਡਲਟਸ ਨੇ, ਜਾਨੀ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਨਹੀਂ ਲੱਗੀ ਹੋਈ, ਉਹਨਾਂ ਨੂੰ ਹੁਣ ਵੈਕਸੀਨ ਲਗਾਈ ਜਾਣੀ ਜ਼ਰੂਰੀ ਹੈ। ਮੌਜੂਦਾ ਸਮੇਂ ਅਮਰੀਕਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਘੱਟ ਵੈਕਸੀਨੇਸ਼ਨ ਹੋ ਰਹੀ ਹੈ। ਹੁਣ ਤੱਕ 14 ਸਟੇਟਸ ਅਜਿਹੀਆਂ ਨੇ ਜਿਸ ਦੇ ਵਿੱਚ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਲਗਾਈ ਜਾ ਚੁੱਕੀ ਹੈ। ਮਿਸੀਸਿਪੀ ਦੇ ਵਿੱਚ ਹੁਣ ਤੱਕ 34% ਦੀ ਆਬਾਦੀ ਨੂੰ ਹੀ ਕੋਵਿਡ-19 ਵੈਕਸੀਨ ਦੀ ਡੋਜ਼ ਲੱਗੀ ਹੈ। ਅਮਰੀਕਾ ਵੱਲੋਂ ਹੁਣ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਪੂਰੀ ਰਫ਼ਤਾਰ ਦੇ ਨਾਲ ਵੈਕਸੀਨੇਸ਼ਨ ਲਗਾਈ ਜਾ ਰਹੀ ਸੀ, ਮੁੜ ਉਸ ਟੀਚੇ ਦੇ ਉੱਪਰ ਪਰਤਿਆ ਜਾਵੇ। ਹੁਣ ਟਾਰਗੇਟ ਤੈਅ ਕੀਤਾ ਗਿਆ ਹੈ ਕਿ ਜੂਨ 4 ਤੱਕ 70% ਦੀ ਅਡਲਟਸ ਨੂੰ ਕੋਵਿਡ-19 ਵੈਕਸੀਨ ਲਗਾਈ ਜਾਵੇ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ 3 ਸੂਬਿਆਂ ਵੱਲੋਂ PNP ਡਰਾਅ ਐਲਾਨ ਕੀਤੇ ਗਏ। ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਵੱਲੋਂ ਡਰਾਅ ਕੱਢੇ ਗਏ। ਮੈਨੀਟੋਬਾ ਵੱਲੋਂ 142, ਬ੍ਰਿਟਿਸ਼ ਕੋਲੰਬੀਆ ਵੱਲੋਂ 300 ਤੋਂ ਵੱਧ ਅਤੇ ਐਲਬਰਟਾ ਦੇ ਵਿੱਚ CRS ਸਕੋਰ ਘੱਟ ਰਿਹਾ, ਜਿਹੜੇ PNP ਡਰਾਅ ਨਵੇਂ ਐਲਾਨ ਕੀਤੇ ਗਏ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ PNP ਡਰਾਅ ਐਲਾਨੇ ਗਏ। ਮੈਨੀਟੋਬਾ, ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵੱਲੋਂ PNP ਡਰਾਅ ਕੱਢੇ ਗਏ, ਜਿਸ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ 373 ਇਨਵੀਟੇਸ਼ਨ ਜਾਰੀ ਕੀਤੇ ਗਏ। ਐਲਬਰਟਾ ਦੇ ਡਰਾਅ ਦੇ ਵਿੱਚ ਖਾਸ ਗੱਲ ਇਹ ਰਹੀ ਕਿ CRS ਸਕੋਰ 300 ਦੇ ਉੱਪਰ ਆ ਗਿਆ। ਇਸ ਦੇ ਨਾਲ ਹੀ ਮੈਨੀਟੋਬਾ ਵੱਲੋਂ ਜਿਸ PNP ਡਰਾਅ ਦਾ ਐਲਾਨ ਕੀਤਾ ਗਿਆ, ਇਸ ਦੇ ਤਹਿਤ 142 ਸੱਦੇ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਜੂਨ 8 ਨੂੰ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ 373 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਦਿੱਤੇ ਗਏ ਨੇ। ਇਹ ਇਨਵੀਟੇਸ਼ਨ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਹੇਠ ਜਾਰੀ ਕੀਤੇ ਗਏ। ਇਸ ਸਾਲ ਦੇ ਵਿੱਚ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵੱਲੋਂ 5249 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਸ ਜਨਰਲ ਡਰਾਅ ਦੇ ਵਿੱਚ ਸਕਿਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ BC ਸਟਰੀਮਸ ਦੇ ਅਧੀਨ ਇਨਵੀਟੇਸ਼ਨ ਮਿਲਦੇ ਨੇ। ਫਰਵਰੀ ਮਹੀਨੇ ਤੋਂ ਹੀ ਬ੍ਰਿਟਿਸ਼ ਕੋਲੰਬੀਆ ਵੱਲੋਂ 2 ਅਲੱਗ ਇਨਵੀਟੇਸ਼ਨ ਰਾਉਂਡ ਕੱਢੇ ਜਾਂਦੇ ਨੇ ਜੋ ਕਿ PNP ਪ੍ਰੋਗਰਾਮ ਦੇ ਅਧੀਨ ਹਨ। ਇੱਕ ਜਨਰਲ ਡਰਾਅ ਹੈ ਤੇ ਦੂਸਰਾ ਉਹ ਡਰਾਅ ਹੈ ਜਿਸ ਦੇ ਵਿੱਚ ਰੀਟੇਲ ਅਤੇ ਹੋਲਸੇਲ ਟ੍ਰੇਡ ਮੈਨੇਜਰਸ ਨੂੰ ਟਾਰਗੇਟ ਕੀਤਾ ਜਾਂਦਾ ਹੈ। ਐਲਬਰਟਾ ਵੱਲੋਂ ਜੂਨ 5 ਨੂੰ ਆਪਣਾ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ 191 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਐਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੀਆਂ ਡੀਟੇਲਸ ਜੂਨ 8 ਨੂੰ ਸਾਂਝੀਆਂ ਕੀਤੀਆਂ ਗਈਆਂ। ਇਸ ਡਰਾਅ ਦੇ ਵਿੱਚ ਉਮੀਦਵਾਰਾਂ ਨੂੰ 300 ਅੰਕਾਂ ਦੀ ਜਾਣੀ ਕਿ ਸਕੋਰਸ ਦੀ ਜ਼ਰੂਰਤ ਸੀ। ਐਲਬਰਟਾ ਵੱਲੋਂ ਹੁਣ ਤੱਕ 2100 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਮੈਨੀਟੋਬਾ ਵੱਲੋਂ ਆਪਣੇ ਡਰਾਅ ਦਾ ਐਲਾਨ ਜੂਨ 7 ਨੂੰ ਕੀਤਾ ਗਿਆ, ਜਿਸ ਦੇ ਵਿੱਚ 142 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਸਕਿਲਡ ਵਰਕਰਸ ਇਨ ਮੈਨੀਟੋਬਾ ਕੈਟਾਗਰੀ ਦੇ ਵਿੱਚ 95 ਇਨਵੀਟੇਸ਼ਨ ਦਿੱਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 375 EOI ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀ ਦੇ ਅਧੀਨ 25 ਇਨਵੀਟੇਸ਼ਨ ਜਾਰੀ ਕੀਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 703 EOI ਸਕੋਰਸ ਦੀ ਜ਼ਰੂਰਤ ਸੀ।
ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਅਧੀਨ 22 ਇਨਵੀਟੇਸ਼ਨ ਜਾਰੀ ਕੀਤੇ ਗਏ, ਜਿਸ ਦੇ ਵਾਸਤੇ ਕੋਈ ਵੀ EOI ਸਕੋਰ ਦੀ ਜ਼ਰੂਰਤ ਨਹੀਂ ਸੀ। ਕੁੱਲ 13 ਇਨਵੀਟੇਸ਼ਨ, ਜਿਨ੍ਹਾਂ ਨੂੰ ਲੈਟਰਸ ਆਫ ਐਡਵਾਈਸ ਟੂ ਅਪਲਾਈ ਵੀ ਕਿਹਾ ਜਾਂਦਾ ਹੈ, ਉਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਿੱਤੇ ਗਏ। ਮੈਨੀਟੋਬਾ ਵੱਲੋਂ ਹੁਣ ਤੱਕ 3564 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾ ਚੁੱਕੇ ਹਨ। ਬ੍ਰਿਟਿਸ਼ ਕੋਲੰਬੀਆ ਵਾਸੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇੱਥੇ ਥੀਏਟਰ ਖੁੱਲ੍ਹਣ। ਉਹਨਾਂ ਦੇ ਵਾਸਤੇ ਹੁਣ ਖੁਸ਼ਖਬਰੀ ਹੈ, ਕਿਉਂਕਿ ਅਗਲੇ ਹਫ਼ਤੇ BC ਦੇ ਵਿੱਚ ਥੀਏਟਰ ਖੁੱਲ੍ਹਣ ਜਾ ਰਹੇ ਹਨ। ਇਹਨਾਂ ਨੂੰ ਫੁੱਲ ਕੈਪੈਸਿਟੀ ਦੇ ਨਾਲ ਨਹੀਂ ਖੋਲ੍ਹਿਆ ਜਾਏਗਾ, ਪਰ ਬ੍ਰਿਟਿਸ਼ ਕੋਲੰਬੀਆ ਦੇ ਰੀਓਪਨਿੰਗ ਪਲਾਨ ਦੇ ਤਹਿਤ ਅਗਲੇ ਹਫ਼ਤੇ ਇਹ ਥੀਏਟਰ ਖੋਲ੍ਹੇ ਜਾ ਰਹੇ ਨੇ। ਥੀਏਟਰ ਦੇ ਵਿੱਚ ਫਿਲਮ ਦੇਖਣ ਦੇ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰਨ ਵਾਲੇ ਹੁਣ ਤਿਆਰ ਹੋ ਜਾਣ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਗਲੇ ਹਫ਼ਤੇ ਥੀਏਟਰ ਖੁੱਲ੍ਹਣ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਕੋਵਿਡ-19 ਰੀਸਟਾਰਟ ਪਲਾਨ ਦੇ ਮੁਤਾਬਕ ਮੂਵੀ ਥੀਏਟਰ ਖੁੱਲ੍ਹਣ ਜਾ ਰਹੇ ਨੇ। ਸਿਨੇਪਲੈਕਸ ਥੀਏਟਰਸ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਪਹਿਲੀ ਮੂਵੀ ਜੂਨ 15 ਤੋਂ ਲਗਾਈ ਜਾਏਗੀ। ਥੀਏਟਰ ਦੇ ਨਾਲ ਜੁੜੇ ਹੋਏ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਫਿਰ ਤੋਂ ਥੀਏਟਰ ਦੇ ਵਿੱਚ ਆਉਣ ਵਾਲਿਆਂ ਦਾ ਵੈਲਕਮ ਕੀਤਾ ਜਾਵੇ। ਇੱਕ ਵਾਰ ਫਿਰ ਤੋਂ ਥੀਏਟਰ ਦੇ ਵਿੱਚ ਫਿਲਮ ਦੇਖਣ ਵਾਲੇ ਵੱਡੀ ਸਕਰੀਨ, ਉੱਚੀ ਆਵਾਜ਼, ਇਸ ਸਭ ਦਾ ਅਨੁਭਵ ਕਰ ਸਕਣਗੇ, ਜੋ ਉਹ ਕਾਫੀ ਦੇਰ ਤੋਂ ਮਿਸ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਮੂਵੀ ਥੀਏਟਰਸ ਕੋਰੋਨਾ ਵਾਇਰਸ ਦੇ ਕਾਰਨ ਬੰਦ ਕੀਤੇ ਗਏ। ਕਈ ਜਗ੍ਹਾਵਾਂ ਦੇ ਉੱਪਰ ਕੁਝ ਕੈਪੈਸਿਟੀ ਦੇ ਨਾਲ ਇਹਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਵੀ ਦਿੱਤੀ ਗਈ ਸੀ। ਪ੍ਰੋਵਿੰਸ਼ੀਅਲ ਗਾਈਡਲਾਈਨਸ ਦੇ ਮੁਤਾਬਕ ਇੱਥੇ ਫੁੱਲ ਕੈਪੈਸਿਟੀ ਦੇ ਨਾਲ ਥੀਏਟਰਸ ਨਹੀਂ ਖੁੱਲ੍ਹ ਸਕਣਗੇ। 50% ਦੀ ਕੈਪੈਸਿਟੀ ਦੇ ਨਾਲ ਹੀ ਇਹਨਾਂ ਥੀਏਟਰਸ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ, ਜੋ ਕਿ ਪ੍ਰੋਵਿੰਸ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖੁੱਲ੍ਹਣ ਜਾ ਰਹੇ ਨੇ। ਪ੍ਰੋਵਿੰਸ਼ੀਅਲ ਹੈਲਥ ਆਫੀਸਰ ਨੇ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਅਪਡੇਟ ਦਿੱਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 74% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਲੱਗ ਚੁੱਕਿਆ ਹੈ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਹੋਰ ਆਬਾਦੀ ਨੂੰ ਵੀ ਕੋਵਿਡ-19 ਵੈਕਸੀਨ ਲਗਾਈ ਜਾਵੇਗੀ। ਕੈਨੇਡਾ ਦੇ ਵਿੱਚ ਹੁਣ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘੱਟ ਹੋਣ ਲੱਗੀ ਹੈ। ਜ਼ਿਆਦਾ ਤੋਂ ਜ਼ਿਆਦਾ ਆਬਾਦੀ ਨੂੰ ਕੋਵਿਡ-19 ਵੈਕਸੀਨ ਵੀ ਲਗਾਈ ਜਾ ਰਹੀ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਨੇ, ਇਸ ਖਬਰ ਦੇ ਵਿੱਚ ਦਿਆਂਗੇ ਤੁਹਾਨੂੰ ਜਾਣਕਾਰੀ। ਦੱਸਾਂਗੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ontario ਤੋਂ 24 ਘੰਟਿਆਂ ਦੌਰਾਨ 500 ਤੋਂ ਘੱਟ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹੈਲਥ ਆਫੀਸ਼ੀਅਲਸ ਨੇ ਜਾਣਕਾਰੀ ਦਿੱਤੀ ਹੈ ਕਿ 411 ਨਵੇਂ ਮਾਮਲੇ 24 ਘੰਟਿਆਂ ਦੌਰਾਨ ਸਾਹਮਣੇ ਆਏ। ਇਸ ਦੇ ਨਾਲ ਹੀ 33 ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ ਨੇ। अस्पताल ਦੇ ਵਿੱਚ 571 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 466 ਇੰਟੈਂਸਿਵ ਕੇਅਰ ਅਧੀਨ ਹਨ। ਟੋਰਾਂਟੋ ਤੋਂ 97, ਪੀਲ ਰੀਜਨ ਤੋਂ 72, ਵਾਟਰਲੂ ਤੋਂ 35, ਯਾਰਕ ਰੀਜਨ ਤੋਂ 26 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 178 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 8 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹੁਣ ਤੱਕ 3,72,287 ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 11,164 ਮੌਤਾਂ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। अस्पताल ਦੇ ਵਿੱਚ 257 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 60 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਮੈਨੀਟੋਬਾ ਦੇ ਵਿੱਚ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਾਈ ਜਾ ਚੁੱਕੀ ਹੈ। ਮੈਨੀਟੋਬਾ ਵੱਲੋਂ ਹੁਣ ਆਊਟਡੋਰ 5 ਜਾਣਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਮੈਨੀਟੋਬਾ ਦੇ ਵਿੱਚ ਜੋ ਕੋਰੋਨਾ ਵਾਇਰਸ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਵਿੱਚ ਹੁਣ ਰਾਹਤ ਦਿੱਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 14 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,835 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ 13.5 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਂ ਖਬਰਾਂ ਦੇ ਉੱਪਰ। ਕੈਨੇਡਾ ਨੇ ਖਤਮ ਕੀਤਾ ਹੋਟਲ ਕੁਆਰੰਟੀਨ, ਬਾਰਡਰ ਖੋਲ੍ਹਣ ਦੇ ਬਾਰੇ ਜਲਦ ਐਲਾਨ। ਜੈਜ਼ੀਬੀ ਦੇ ਹੱਕ ਦੇ ਵਿੱਚ ਆਏ ਕੈਨੇਡਾ ਦੇ MP, ਕਿਹਾ ਜਲਦ ਚਾਲੂ ਕੀਤਾ ਜਾਵੇ ਅਕਾਊਂਟ। ਕੈਨੇਡਾ ਨੇ ਕੱਢਿਆ ਰਿਕਾਰਡ ਤੋੜ ਡਰਾਅ, ਇੱਕੋ ਵਾਰ ਦੇ ਵਿੱਚ ਜਾਗੀ ਉਮੀਦਵਾਰਾਂ ਦੀ ਕਿਸਮਤ। ਕੋਰੋਨਾ ਤੋਂ ਦੁਖੀ ਹੋਟਲਾਂ ਵਾਲੇ, ਇਸ ਕਾਰਨ ਕਾਰੋਬਾਰ ਹੋਏ ਬੰਦ। ਮਾਡਰਨਾ ਭੇਜੇਗਾ ਕੈਨੇਡਾ ਨੂੰ ਟੀਕੇ, ਇਸ ਮਹੀਨੇ ਮਿਲਣਗੇ 6 ਮਿਲੀਅਨ ਟੀਕੇ। ਬਰੈਂਪਟਨ ਦੇ ਵਿੱਚ 2 ਪੰਜਾਬੀ ਹੋਏ ਕਾਬੂ, ਗੱਡੀ ਲੁੱਟਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।